ਆਪਣੇ ਪਿਛਲੇ ਐਪੀਸੋਡ ਦੇ ਵਿੱਚ ਮੈਂ ਗੱਲਬਾਤ ਕੀਤੀ ਸੀ ਯੂਥ ਤੇ ਰਿਟਾਇਰਮੈਂਟ ਪਲੈਨਿੰਗ ਦੀ। ਉਹ ਗੱਲ ਤਾਂ ਸੀ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀ ਜਲਦੀ ਰਿਟਾਇਰਮੈਂਟ ਪਲੈਨਿੰਗ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਪਰ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੀ ਰਿਟਾਇਰਮੈਂਟ ਪਲੈਨਿੰਗ ਦੀ ਜੋ ਕਿ ਕੈਨੇਡੀਅਨ ਗਵਰਨਮੈਂਟ ਤੁਹਾਡੇ ਲਈ ਸ਼ੁਰੂ ਕਰ ਦਿੰਦੀ ਹੈ ਜਦੋਂ ਤੁਹਾਡੀ ਉਮਰ 18 ਸਾਲ ਦੀ ਹੋ ਜਾਂਦੀ ਹੈ ਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ। ਆਪਣੇ ਪੇ ਸਟੱਬ ਨੂੰ ਤਾਂ ਹਰ ਕੋਈ ਬੜੇ ਗੌਰ ਨਾਲ ਵੇਖਦਾ ਹੈ ਕਿਉਂਕਿ ਇਸ ਦੇ ਵਿੱਚ ਤੁਹਾਡੇ ਪਿਛਲੇ ਹਫ਼ਤੇ ਜਾਂ 2 ਹਫ਼ਤਿਆਂ ਦੀ ਕੀਤੀ ਗਈ ਮਿਹਨਤ ਦਾ ਮੁੱਲ ਸ਼ਾਮਿਲ ਹੁੰਦਾ ਹੈ। ਹੁਣ ਇਸ ਦੇ ਇੱਕ ਪਾਸੇ ਇਨਕਮ ਤੇ ਦੂਜੇ ਪਾਸੇ ਡਿਡਕਸ਼ਨਸ ਦੀ ਡਿਟੇਲਸ ਹੁੰਦੀਆਂ ਨੇ ਤੇ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਇਹਨਾਂ ਡਿਡਕਸ਼ਨਸ ਦੇ ਵਿੱਚੋਂ ਇੱਕ ਡਿਡਕਸ਼ਨ ਜਿਸ ਨੂੰ ਅਸੀਂ CPP ਯਾਨੀ ਕਿ ਕੈਨੇਡਾ ਪੈਨਸ਼ਨ ਪਲਾਨ ਕਹਿੰਦੇ ਹਾਂ, ਇਹਦੇ ਬਾਰੇ ਗੱਲਬਾਤ ਕਰਾਂਗੇ। ਹੁਣ ਕੈਨੇਡਾ ਦਾ ਹੈਲਥ ਸਿਸਟਮ ਤਾਂ ਦੁਨੀਆ ਭਰ ਦੇ ਵਿੱਚ ਸਹਿਲਾਇਆ ਜਾਂਦਾ ਹੈ। ਉੱਥੇ ਹੀ ਕੈਨੇਡਾ ਦਾ ਸੋਸ਼ਲ ਸਿਕਿਉਰਿਟੀ ਸਿਸਟਮ ਜਿਸ ਦੇ ਵਿੱਚ ਕਿ 올ਡ ਏਜ ਪੈਨਸ਼ਨ ਆਉਂਦੀ ਹੈ ਉਸ ਦੀ ਵੀ ਦੁਨੀਆ ਭਰ ਦੇ ਵਿੱਚ ਤਾਰੀਫ ਹੁੰਦੀ ਹੈ। CPP ਦੀ ਸ਼ੁਰੂਆਤ ਸਨ 1966 ਦੇ ਵਿੱਚ ਕੀਤੀ ਗਈ ਸੀ। ਇਹ ਇੱਕ ਕੰਟਰੀਬਿਊਟਰੀ ਪਲਾਨ ਹੈ। ਕੰਟਰੀਬਿਊਟਰੀ ਪਲਾਨ ਤੋਂ ਭਾਵ ਇਹ ਹੈ ਕਿ ਇਸ ਦੇ ਵਿੱਚ ਤੁਹਾਨੂੰ ਆਪਣੇ ਵੱਲੋਂ ਕੰਟਰੀਬਿਊਸ਼ਨ ਕਰਨੀ ਪੈਂਦੀ ਹੈ। ਹੁਣ ਇਹ ਕਿੰਨੀ ਕੰਟਰੀਬਿਊਸ਼ਨ ਕਰਨੀ ਪੈਂਦੀ ਹੈ ਇਸ ਬਾਰੇ ਅਸੀਂ ਐਪੀਸੋਡ ਦੇ ਵਿੱਚ ਅੱਗੇ ਜ਼ਿਕਰ ਕਰਾਂਗੇ, ਪਰ ਹਰ ਉਹ ਵਿਅਕਤੀ ਜੋ ਕੈਨੇਡਾ ਦੇ ਵਿੱਚ ਕੰਮ ਕਰ ਰਿਹਾ ਹੈ ਉਸ ਨੂੰ ਇਸ ਦੇ ਵਿੱਚ ਕੰਟਰੀਬਿਊਟ ਕਰਨਾ ਲਾਜ਼ਮੀ ਹੈ। ਪਰ ਕੁਝ ਅਜਿਹੀ ਸ਼ਰਤਾਂ ਨੇ ਜਿਸ ਦੇ ਵਿੱਚ ਕਿ ਤੁਹਾਨੂੰ CPP ਤੋਂ ਕੰਟਰੀਬਿਊਸ਼ਨ ਤੋਂ ਛੂਟ ਮਿਲ ਸਕਦੀ ਹੈ, ਜਿਵੇਂ ਕਿ ਅਗਰ ਤੁਹਾਡੀ ਉਮਰ 18 ਸਾਲ ਤੋਂ ਘੱਟ ਹੈ, ਅਗਰ ਤੁਹਾਡੀ ਸਾਲਾਨਾ ਆਮਦਨ $3500 ਤੋਂ ਘੱਟ ਹੈ, ਅਗਰ ਤੁਹਾਡੀ ਉਮਰ 65 ਸਾਲ ਜਾਂ 65 ਸਾਲ ਤੋਂ ਜ਼ਿਆਦਾ ਹੈ ਔਰ ਤੁਸੀਂ CPP ਲੈ ਰਹੇ ਹੋ, ਜਾਂ ਫਿਰ ਤੁਸੀਂ ਫਾਰਮਿੰਗ, ਐਗਰੀਕਲਚਰ, ਫੋਰੈਸਟਰੀ ਜਾਂ ਫਿਸ਼ਰੀ ਦੇ ਵਿੱਚ ਕੰਮ ਕਰ ਰਹੇ ਹੋ, $250 ਕੈਸ਼ ਤੋਂ ਘੱਟ ਕਮਾ ਰਹੇ ਹੋ ਜਾਂ ਸਾਲ ਦੇ ਵਿੱਚ 25 ਦਿਨਾਂ ਤੋਂ ਘੱਟ ਕੰਮ ਕਰ ਰਹੇ ਹੋ ਤਾਂ ਤੁਹਾਨੂੰ CPP ਜਮ੍ਹਾਂ ਕਰਵਾਉਣ ਤੋਂ ਛੂਟ ਮਿਲ ਜਾਂਦੀ ਹੈ। ਪਰ ਇਸ ਤੋਂ ਛੂਟ ਹਰ ਉਹ ਵਿਅਕਤੀ ਜਿਸ ਦੀ ਉਮਰ 18 ਸਾਲ ਤੋਂ ਜ਼ਿਆਦਾ ਹੈ ਤੇ ਉਹ ਸਾਲ ਦੇ ਵਿੱਚ $3500 ਤੋਂ ਜ਼ਿਆਦਾ ਕਮਾ ਰਿਹਾ ਹੈ ਉਸ ਨੂੰ CPP ਦੇ ਵਿੱਚ ਕੰਟਰੀਬਿਊਸ਼ਨ ਕਰਨਾ ਲਾਜ਼ਮੀ ਹੈ। ਇਸ CPP ਨੂੰ ਲੈ ਕੇ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਨੇ ਕਿ ਇਹ CPP ਕੀ ਹੁੰਦੀ ਹੈ, ਇਹ CPP ਦੀ ਡਿਡਕਸ਼ਨ ਕਿੰਨੀ ਕੀਤੀ ਜਾਂਦੀ ਹੈ, ਇਹ CPP ਨੂੰ ਡਿਡਕਸ਼ਨ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ, CPP ਕਿਸ ਉਮਰ ਦੇ ਵਿੱਚ ਲਈ ਜਾ ਸਕਦੀ ਹੈ ਜਾਂ CPP ਕਿਸ ਉਮਰ ਤੱਕ ਜਮ੍ਹਾਂ ਕਰਵਾਈ ਜਾ ਸਕਦੀ ਹੈ, ਕਿਸ ਉਮਰ ਦੇ ਵਿੱਚ CPP ਨੂੰ ਲੈਣਾ ਜ਼ਿਆਦਾ ਫਾਇਦੇਮੰਦ ਹੈ, ਕੀ CPP ਨੂੰ ਡਿਲੇ ਵੀ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਸਵਾਲ ਨੇ CPP ਨੂੰ ਲੈ ਕੇ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਕੁਝ ਸਵਾਲਾਂ ਦਾ ਜਵਾਬ ਇਸ ਐਪੀਸੋਡ ਦੇ ਵਿੱਚ ਤੇ ਬਾਕੀਆਂ ਦਾ ਆਉਣ ਵਾਲੇ ਐਪੀਸੋਡਸ ਦੇ ਵਿੱਚ ਮੈਂ ਇਸ CPP ਦੇ ਫੰਡੇ ਨੂੰ ਅੱਛੀ ਤਰ੍ਹਾਂ ਨਾਲ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗਾ। ਇਸ ਤੋਂ ਪਹਿਲਾਂ ਕਿ ਮੈਂ CPP ਦੇ ਬਾਰੇ ਗੱਲਬਾਤ ਸ਼ੁਰੂ ਕਰਾਂ, ਮੈਂ ਇੱਕ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਇਸ CPP ਯਾਨੀ ਕਿ ਕੈਨੇਡਾ ਪੈਨਸ਼ਨ ਪਲਾਨ ਦੇ ਬਾਰੇ ਜਾਣਨਾ ਇੰਨਾ ਜ਼ਰੂਰੀ ਕਿਉਂ ਹੈ। ਆਪਣੇ ਪਰਸਨਲ ਐਕਸਪੀਰੀਅੰਸ ਤੋਂ ਕਹਾਂ ਤੇ ਅਕਸਰ CPP ਨੂੰ ਲੈ ਕੇ ਕਲਾਇੰਟਸ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਬਹੁਤ ਘੱਟ ਜਾਂ ਕਹਾਂ ਤੇ ਨਾ ਦੇ ਬਰਾਬਰ ਹੀ ਅਜਿਹੇ ਕਲਾਇੰਟਸ ਹੋਣਗੇ ਜਿਨ੍ਹਾਂ ਨੂੰ CPP ਦੇ ਬਾਰੇ ਜਾਂ ਮਿਲਣ ਵਾਲੀ ਪੈਨਸ਼ਨ ਦੇ ਬਾਰੇ ਜਾਣਕਾਰੀ ਹੁੰਦੀ ਹੈ। ਬਹੁਤ ਸਾਰੇ ਕਲਾਇੰਟ ਤਾਂ ਇਸ ਕਰਕੇ ਆਪਣੀ ਰਿਟਾਇਰਮੈਂਟ ਪਲੈਨਿੰਗ ਨਹੀਂ ਕਰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਗਵਰਨਮੈਂਟ ਵੱਲੋਂ ਉਹਨਾਂ ਨੂੰ ਬਹੁਤ ਜਾਂ ਵਾਧੂ ਪੈਨਸ਼ਨ ਮਿਲ ਜਾਵੇਗੀ। ਹੁਣ ਜੇਕਰ ਆંકੜਿਆਂ ਦੀ ਗੱਲ ਕਰਾਂ ਤੇ ਸਾਲ 2021 ਦੇ ਵਿੱਚ ਸਿਰਫ 8% ਕੈਨੇਡੀਅਨਸ ਅਜਿਹੇ ਸਨ ਜਿਨ੍ਹਾਂ ਨੂੰ ਕਿ ਮੈਕਸਿਮਮ CPP ਜਿਹੜੀ ਕਿ $1203 ਤੇ 75 ਸੈਂਟ ਮਿਲੀ ਸੀ, ਜਦ ਕਿ ਐਵਰੇਜ CPP ਪੇਮੈਂਟ $714 ਤੇ 21 ਸੈਂਟ ਹੀ ਰਹੀ। ਹੁਣ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਆਪਣੀ ਖੁਦ ਦੀ ਰਿਟਾਇਰਮੈਂਟ ਪਲੈਨਿੰਗ ਨਾ ਕਰਕੇ ਸਿਰਫ CPP ਦੇ ਭਰੋਸੇ ਹੀ ਰਹਿਣਾ ਕੀ ਗੁਜ਼ਾਰਾ ਹੋ ਜਾਵੇਗਾ। ਇਸ CPP ਦੀ ਕੰਟਰੀਬਿਊਸ਼ਨ ਨੂੰ ਕੈਲਕੂਲੇਟ ਕਰਨ ਲਈ ਗਵਰਨਮੈਂਟ ਨੇ 2 ਪੈਰਾਮੀਟਰਸ ਬਣਾਏ ਨੇ। ਪਹਿਲਾ ਹੈ YBE ਯਾਨੀ ਕਿ ਈਅਰਲੀ ਬੇਸਿਕ ਐਗਜ਼ੈਂਪਸ਼ਨ ਯਾਨੀ ਕਿ ਆਮਦਨ ਦੀ ਉਹ ਹੱਦ ਜਿੱਥੇ ਤੱਕ ਤੁਹਾਨੂੰ CPP ਜਮ੍ਹਾਂ ਕਰਵਾਉਣ ਦੀ ਜ਼ਰੂਰਤ ਨਹੀਂ ਹੈ, ਤੇ ਦੂਸਰਾ ਹੈ YMPE ਯਾਨੀ ਕਿ ਈਅਰਲੀ ਮੈਕਸਿਮਮ ਪੈਨਸ਼ਨੇਬਲ ਅਰਨਿੰਗ ਯਾਨੀ ਕਿ ਆਮਦਨ ਦੀ ਉਹ ਹੱਦ ਜਿੱਥੇ ਤੱਕ ਤੁਸੀਂ ਕੰਟਰੀਬਿਊਟ ਕਰਨਾ ਹੈ। ਹੁਣ ਜੇਕਰ ਤੁਸੀਂ ਮੈਕਸਿਮਮ CPP ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਘੱਟ ਤੋਂ ਘੱਟ 39 ਸਾਲ ਕੰਮ ਦੇ ਹੋਏ ਹੋਣੇ ਚਾਹੀਦੇ ਨੇ ਤੇ ਤੁਸੀਂ ਆਪਣੇ ਇਸ YMP ਦੇ ਤੱਕ ਕੰਟਰੀਬਿਊਟ ਕੀਤਾ ਹੋਇਆ ਹੋਣਾ ਚਾਹੀਦਾ ਹੈ। ਹੁਣ ਇਹ ਕੰਟਰੀਬਿਊਸ਼ਨ ਕਿੰਨੇ % ਹੁੰਦੀ ਹੈ? ਜੇਕਰ ਤੁਸੀਂ EMPLOYEE ਹੋ ਤਾਂ 5.45% ਆਫ ਯੂਰ ਸੈਲਰੀ ਯਾਨੀ ਕਿ 5.45% ਤੁਹਾਡੀ ਸੈਲਰੀ ਦਾ ਕੱਟਿਆ ਜਾਵੇਗਾ ਇਸ CPP ਦੀ ਕੰਟਰੀਬਿਊਸ਼ਨ ਲਈ ਔਰ ਇੰਨਾ ਹੀ ਮੈਚ ਕਰੇਗਾ ਤੁਹਾਡਾ EMPLOYER। ਤੇ ਜੇਕਰ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ ਤਾਂ ਤੁਹਾਨੂੰ EMPLOYEE ਤੇ EMPLOYER ਦੋਨਾਂ ਦਾ ਪੋਰਸ਼ਨ ਖੁਦ ਜਮ੍ਹਾਂ ਕਰਾਉਣਾ ਪਏਗਾ ਜਿਹੜਾ ਕਿ 10.90% ਹੈ ਸਾਲ 2021 ਦੇ ਲਈ। ਇਸ ਕੰਟਰੀਬਿਊਸ਼ਨ ਨੂੰ ਮੈਂ ਇੱਕ ਐਗਜ਼ਾਮਪਲ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ। ਮੰਨ ਲਓ ਸਾਲ 2021 ਦੇ ਵਿੱਚ ਤੁਹਾਡੀ ਆਮਦਨ ਹੈ $70,000। ਹੁਣ CPP ਕੰਟਰੀਬਿਊਸ਼ਨ ਰੇਟ ਕੈਲਕੂਲੇਸ਼ਨ ਮੁਤਾਬਕ ਤੁਹਾਡੀ YMPE ਯਾਨੀ ਕਿ ਈਅਰਲੀ ਮੈਕਸਿਮਮ ਪੈਨਸ਼ਨੇਬਲ ਅਰਨਿੰਗ $61,600 ਹੈ।
ਹੁਣ ਇਸ ਵਿੱਚੋਂ ਪਹਿਲੇ $3500 ਉੱਤੇ ਕੰਟਰੀਬਿਊਸ਼ਨ ਕਰਨ ਤੇ ਛੂਟ ਹੈ। ਹੁਣ ਬਚਦੇ ਨੇ $58,100। ਇਹ ਹੈ ਮੈਕਸਿਮਮ ਕੰਟਰੀਬਿਊਸ਼ਨ ਅਰਨਿੰਗ ਜਿਸ ਉੱਤੇ ਅਸੀਂ CPP ਵਿੱਚ ਕੰਟਰੀਬਿਊਟ ਕਰਨਾ ਹੈ। ਸਾਲ 2021 ਦਾ ਕੰਟਰੀਬਿਊਸ਼ਨ ਰੇਟ ਹੈ 5.45%, ਯਾਨੀ ਕਿ 58,100 ਦਾ 5.45%, ਜਿਹੜਾ ਕਿ ਬਣਦਾ ਹੈ $3166.45। ਤੁਸੀਂ ਕੰਟਰੀਬਿਊਟ ਕਰਨਾ ਹੈ CPP ਲਈ, ਤੇ ਇੰਨਾ ਹੀ ਮੈਚ ਕਰੇਗਾ ਤੁਹਾਡਾ EMPLOYER। ਤੇ ਜੇਕਰ ਤੁਸੀਂ ਸੈਲਫ EMPLOYED ਹੋ ਤਾਂ ਤੁਸੀਂ ਇਸ 5810 ਯਾਨੀ ਕਿ 58,100 ਦਾ 5.5% EMPLOYEE ਕੰਟਰੀਬਿਊਸ਼ਨ ਤੇ 5.45% EMPLOYER ਕੰਟਰੀਬਿਊਸ਼ਨ ਯਾਨੀ ਕਿ ਟੋਟਲ 10.90% ਕੰਟਰੀਬਿਊਟ ਕਰਨਾ ਹੈ, ਜਿਹੜਾ ਕਿ ਬਣਦਾ ਹੈ $6332 ਤੇ 90 ਸੈਂਟ ਸਾਲ 2021 ਦੇ ਲਈ। ਹੁਣ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਤੁਸੀਂ ਆਪਣੀ ਜੌਬ ਦੇ ਨਾਲ ਨਾਲ ਸੈਲਫ EMPLOYED ਜਾਂ ਆਪਣਾ ਬਿਜ਼ਨਸ ਵੀ ਕਰ ਰਹੇ ਹੋ, ਤਾਂ ਹੁਣ ਅਜਿਹੇ ਹਾਲਾਤ ਦੇ ਵਿੱਚ CPP ਦੇ ਵਿੱਚ ਮਿਲਣ ਵਾਲੀ ਪਹਿਲੀ ਐਗਜ਼ੈਂਪਸ਼ਨ ਤੁਹਾਡੀ ਜੌਬ ਦੀ ਇਨਕਮ ਦੇ ਉੱਤੇ ਹੀ ਹੋਏਗੀ, ਯਾਨੀ ਕਿ ਉਹ $3500 ਦੀ ਡਿਡਕਸ਼ਨ ਤੁਹਾਡੀ ਜੌਬ ਦੀ ਇਨਕਮ ਤੇ ਹੀ ਹੋਏਗੀ। ਅਗਰ ਬਿਜ਼ਨਸ ਤੋਂ ਇਨਕਮ ਹੈ ਤਾਂ ਫਿਰ ਪਹਿਲੇ ਡਾਲਰ ਤੋਂ ਹੀ ਤੁਹਾਨੂੰ 10.90% ਦੀ ਕੰਟਰੀਬਿਊਸ਼ਨ ਕਰਨੀ ਪਏਗੀ ਸਾਲ 2021 ਲਈ। ਇੱਥੇ ਮੈਂ ਇੱਕ ਫੰਡਾ ਕਲੀਅਰ ਕਰਦਾ ਕਿ ਜੇਕਰ ਤੁਸੀਂ ਆਪਣੀ ਜੌਬ ਦੇ ਵਿੱਚ ਆਪਣੇ YMPE ਯਾਨੀ ਕਿ ਈਅਰਲੀ ਮੈਕਸਿਮਮ ਪੈਨਸ਼ਨੇਬਲ ਅਰਨਿੰਗ ਜਿਹੜੀ ਕਿ 61,680 2021 ਦੇ ਵਿੱਚ ਤੋਂ ਵੱਧ ਕਮਾ ਰਹੇ ਹੋ, ਤਾਂ ਫਿਰ ਤੁਹਾਨੂੰ ਆਪਣੀ ਸੈਲਫ EMPLOYMENT ਯਾਨੀ ਕਿ ਬਿਜ਼ਨਸ ਇਨਕਮ ਦੇ ਉੱਤੇ CPP ਕੰਟਰੀਬਿਊਟ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਸੀਂ ਆਲਰੇਡੀ ਹੀ ਜੌਬ ਦੀ ਇਨਕਮ ਤੋਂ ਹੀ ਆਪਣੀ ਕੰਟਰੀਬਿਊਸ਼ਨ ਨੂੰ ਮੈਕਸਿਮਾਈਜ਼ ਕਰ ਚੁੱਕੇ ਹੋਵੋਗੇ। ਹੁਣ ਇੰਨੇ ਸਾਰੇ ਕੈਨੇਡੀਅਨਸ ਕੰਮ ਕਰ ਰਹੇ ਨੇ ਔਰ ਲਗਭਗ ਹਰ ਕੋਈ ਹੀ CPP ਦੇ ਵਿੱਚ ਕੰਟਰੀਬਿਊਟ ਕਰ ਰਿਹਾ ਹੈ, ਤਾਂ ਫਿਰ ਇੰਨੀ ਸਾਰੀ ਰਕਮ ਇਕੱਠੀ ਹੁੰਦੀ ਹੋਵੇਗੀ ਤਾਂ ਉਸ ਦੀ ਸਾਂਭ ਸੰਭਾਲ ਕੌਣ ਕਰ ਰਿਹਾ? ਕੌਣ ਯਕੀਨੀ ਬਣਾਵੇਗਾ ਕਿ ਸਾਨੂੰ ਹਰ ਹਾਲਤ ਵਿੱਚ ਇਹ CPP ਪੈਨਸ਼ਨ ਜ਼ਰੂਰ ਮਿਲੇਗੀ? ਇਹ ਸਭ ਕੁਝ ਸੰਭਾਲਦਾ ਹੈ CPP ਇਨਵੈਸਟਮੈਂਟ ਬੋਰਡ। ਜੇਕਰ 30 ਜੂਨ 2021 ਦੀ ਗੱਲ ਕਰਾਂ ਤੇ ਇਸ ਬੋਰਡ ਨੇ $519.6 ਬਿਲੀਅਨ ਦੇ ਫੰਡ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ, ਤੇ ਪਿਛਲੇ 10 ਸਾਲਾਂ ਤੋਂ ਇਹਨਾਂ ਕੀਤੀਆਂ ਗਈਆਂ ਇਨਵੈਸਟਮੈਂਟਸ ਉੱਤੇ ਲਗਭਗ 11% ਐਨੂਅਲ ਰੇਟ ਤੇ ਰਿਟਰਨ ਮਿਲ ਰਹੀ ਹੈ। ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਸਾਡੀ ਕੰਟਰੀਬਿਊਸ਼ਨ ਅੱਛੀ ਤਰ੍ਹਾਂ ਮੈਨੇਜ ਹੋ ਰਹੀ ਹੈ ਤੇ ਸਾਨੂੰ ਪੈਨਸ਼ਨ ਜ਼ਰੂਰ ਮਿਲੇਗੀ। ਹੁਣ ਗੱਲ ਕਰੀਏ ਕਿ CPP ਦੀ ਕੰਟਰੀਬਿਊਸ਼ਨ ਕਿਸ ਉਮਰ ਤੱਕ ਕਰਨੀ ਹੁੰਦੀ ਹੈ। CPP ਦੀ ਕੰਟਰੀਬਿਊਸ਼ਨ 65 ਸਾਲ ਦੀ ਉਮਰ ਤੱਕ ਕਰਨੀ ਲਾਜ਼ਮੀ ਹੈ, ਲੇਕਿਨ ਜੇਕਰ ਅਸੀਂ ਚਾਹੀਏ ਤਾਂ ਅਸੀਂ 65 ਸਾਲ ਤੋਂ ਬਾਅਦ ਅਗਰ ਕੰਮ ਕਰਦੇ ਹੋਈਏ ਤਾਂ 70 ਸਾਲ ਦੀ ਉਮਰ ਤੱਕ ਇਹ ਕੰਟਰੀਬਿਊਸ਼ਨ ਕਰ ਸਕਦੇ ਹਾਂ। ਪਰ 65 ਸਾਲ ਤੋਂ ਬਾਅਦ ਕੰਟਰੀਬਿਊਸ਼ਨ ਕਰਨਾ ਕੋਈ ਲਾਜ਼ਮੀ ਨਹੀਂ ਹੈ, ਇਹ ਆਪਸ਼ਨਲ ਹੈ, ਇਹ ਚੁਆਇਸ ਹੈ। ਅਗਰ ਅਸੀਂ ਕੰਮ ਕਰਦੇ ਹੋਈਏ ਤਾਂ ਅਸੀਂ 65 ਸਾਲ ਤੋਂ ਬਾਅਦ ਵੀ ਕੰਟਰੀਬਿਊਸ਼ਨ ਜਾਰੀ ਰੱਖ ਸਕਦੇ ਹਾਂ CPP ਦੇ ਵਿੱਚ, ਲੇਕਿਨ 70 ਸਾਲ ਦੀ ਉਮਰ ਤੱਕ। ਸਾਲ 2009 ਤੋਂ ਪਹਿਲਾਂ ਇਹ ਕੰਟਰੀਬਿਊਸ਼ਨ 65 ਸਾਲ ਤੱਕ ਹਰ ਹਾਲਤ 'ਚ ਰੁਕ ਜਾਂਦੀ ਸੀ, ਪਰ ਕੁਝ ਬਦਲਾਅ ਕੀਤੇ ਗਏ ਨੇ ਜਿਸ ਨੂੰ ਕਿ ਹੁਣ ਅਸੀਂ ਪੋਸਟ ਰਿਟਾਇਰਮੈਂਟ ਬੈਨੀਫਿਟਸ ਕਹਿੰਦੇ ਹਾਂ। ਤੇ ਜੇਕਰ ਅਸੀਂ 65 ਸਾਲ ਤੋਂ ਬਾਅਦ 70 ਸਾਲ ਦੀ ਉਮਰ ਤੱਕ CPP 'ਚ ਕੰਟਰੀਬਿਊਟ ਕਰਦੇ ਹਾਂ ਤਾਂ ਸਾਡੀ CPP ਬੈਨੀਫਿਟਸ 0.025% ਦੇ ਨਾਲ ਵੱਧ ਜਾਂਦੇ ਨੇ। ਹੁਣ ਇੱਕ ਬੜਾ ਇੰਪੋਰਟੈਂਟ ਸਵਾਲ ਇਹ ਹੈ ਕਿ CPP ਯਾਨੀ ਕਿ ਕੈਨੇਡਾ ਪੈਨਸ਼ਨ ਪਲਾਨ ਦੀ ਇਹ ਪੈਨਸ਼ਨ ਕਿਸ ਉਮਰ ਦੇ ਵਿੱਚ ਲੈਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਸ ਨੂੰ ਅਸੀਂ ਘੱਟ ਤੋਂ ਘੱਟ 60 ਸਾਲ ਦੀ ਉਮਰ ਦੇ ਵਿੱਚ ਲੈਣਾ ਸ਼ੁਰੂ ਕਰ ਸਕਦੇ ਹਾਂ ਤੇ ਵੱਧ ਤੋਂ ਵੱਧ ਅਸੀਂ ਇਹਨੂੰ 70 ਸਾਲ ਤੱਕ ਡਿਲੇ ਕਰ ਸਕਦੇ ਹਾਂ। 70 ਸਾਲ ਦੀ ਉਮਰ ਦੇ ਵਿੱਚ ਜਾਂ 60 ਸਾਲ ਦੀ ਉਮਰ ਦੇ ਵਿੱਚ ਦੋਵਾਂ ਦੇ ਵਿੱਚ ਪੈਨਸ਼ਨ ਦਾ ਫਰਕ ਕਾਫੀ ਹੋਵੇਗਾ। ਜੇਕਰ ਅਸੀਂ ਜਲਦੀ ਪੈਨਸ਼ਨ ਲੈਣੀ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਘੱਟ ਪੈਨਸ਼ਨ ਮਿਲੇਗੀ ਤੇ 70 ਸਾਲ ਦੇ ਉੱਤੇ ਸਾਨੂੰ ਮੈਕਸਿਮਮ ਪੈਨਸ਼ਨ ਮਿਲੇਗੀ। ਹੁਣ ਸਾਨੂੰ ਇਹ ਪੈਨਸ਼ਨ 60 ਸਾਲ ਤੇ ਲੈਣੀ ਚਾਹੀਦੀ ਹੈ, 65 ਸਾਲ ਤੇ ਲੈਣੀ ਚਾਹੀਦੀ ਹੈ ਕਿ 70 ਸਾਲ ਦੇ ਉੱਤੇ ਪੈਨਸ਼ਨ ਲੈਣੀ ਚਾਹੀਦੀ ਹੈ? ਬੜਾ ਹੀ ਇੰਪੋਰਟੈਂਟ ਕੁਐਸਚਨ ਹੈ। ਲੇਕਿਨ ਅਗਰ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਸ ਐਪੀਸੋਡ ਦੇ ਵਿੱਚ ਮੈਂ ਇਸ ਜਾਣਕਾਰੀ ਨੂੰ ਪੂਰਾ ਸ਼ੇਅਰ ਨਾ ਕਰ ਸਕਾਂ, ਤੇ ਅਗਲੇ ਐਪੀਸੋਡ ਜਿਹੜਾ ਕਿ ਮੈਂ ਖਾਸ 60 ਸਾਲ 65 ਸਾਲ ਜਾਂ 70 ਸਾਲ ਕਿਸ ਉਮਰ ਦੇ ਵਿੱਚ CPP ਪੈਨਸ਼ਨ ਲਈ ਜਾਵੇ ਇਸ ਉੱਤੇ ਹੀ ਡਿਸਕਸ਼ਨ ਲਈ ਉਹਨੂੰ ਰਾਖਵਾਂ ਰੱਖਦਾ ਹੈ। ਤੇ ਅਗਲੇ ਐਪੀਸੋਡ ਦੇ ਵਿੱਚ ਮੈਂ ਤੁਹਾਨੂੰ ਜ਼ਰੂਰ ਜਾਣਕਾਰੀ ਦੇਵਾਂਗਾ ਕਿ CPP ਪੈਨਸ਼ਨ ਕਿਸ ਉਮਰ ਦੇ ਵਿੱਚ ਸ਼ੁਰੂਆਤ ਉਸ ਦੀ ਕਰਵਾ ਲੈਣੀ ਚਾਹੀਦੀ ਹੈ, ਜਿੱਥੇ ਕਿ ਤੁਹਾਨੂੰ ਮੈਕਸਿਮਮ ਬੈਨੀਫਿਟਸ ਮਿਲ ਸਕਣ। ਲੇਕਿਨ ਹਾਂ, ਇੱਕ ਜ਼ਰੂਰ ਮੈਂ ਤੁਹਾਨੂੰ ਦੱਸਦਾ ਕਿ ਜੇਕਰ ਤੁਸੀਂ CPP ਦੀ ਪੈਨਸ਼ਨ ਦੇ ਬਾਰੇ ਡਿਸਾਈਡ ਕਰਨਾ ਹੈ ਕਿ ਕਿਸ ਉਮਰ 'ਚ ਤੁਹਾਨੂੰ ਇਹ ਲੈਣੀ ਜ਼ਿਆਦਾ ਢੁਕਵੀਂ ਹੈ, ਤਾਂ ਮੇਰੀ ਸਲਾਹ ਹੈ ਕਿ ਕਿਸੇ ਵੀ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਬੈਠ ਕੇ ਤੁਸੀਂ
इस प्लैनिंग ਨੂੰ ਅੱਛੀ ਤਰ੍ਹਾਂ ਨਾਲ ਸਮਝ ਤੇ ਐਗਜ਼ੀਕਿਊਟ ਕਰ ਸਕਦੇ ਹੋ ਕਿ ਤੁਹਾਨੂੰ ਵਾਕਈ ਕਿਸ ਉਮਰ ਦੇ ਵਿੱਚ CPP ਪੈਨਸ਼ਨ ਲੈਣ ਦੇ ਵਿੱਚ ਜ਼ਿਆਦਾ ਬੈਨੀਫਿਟ ਹੋ ਸਕਦਾ ਹੈ। CPP ਨੂੰ ਲੈ ਕੇ ਇੱਕ ਫੰਡਾ ਮੈਂ ਹੋਰ ਡਿਸਕਸ ਕਰਨਾ ਚਾਹਾਂਗਾ ਕਿ CPP 60 ਸਾਲ ਦੀ ਉਮਰ ਤੋਂ ਪਹਿਲੇ ਵੀ ਮਿਲ ਸਕਦੀ ਹੈ। ਜੀ ਹਾਂ, CPP ਡਿਸੇਬਿਲਿਟੀ ਬੈਨੀਫਿਟ ਦੇ ਰੂਪ ਦੇ ਵਿੱਚ ਇਹ ਪੈਨਸ਼ਨ 60 ਸਾਲ ਦੀ ਉਮਰ ਤੋਂ ਪਹਿਲਾਂ ਵੀ ਮਿਲ ਸਕਦੀ ਹੈ। ਜੇਕਰ ਕੰਮ ਕਰਦੇ ਦੌਰਾਨ ਤੁਸੀਂ ਡਿਸੇਬਲ ਹੋ ਜਾਂਦੇ ਹੋ ਤੇ ਇਹ ਡਿਸੇਬਿਲਿਟੀ ਲੌਂਗ ਟਰਮ ਇਨਡੈਫੀਨਿਟ ਡਿਸੇਬਿਲਿਟੀ ਹੈ ਤੇ ਇਸ ਨਾਲ ਤੁਹਾਡੀ ਡੈਥ ਵੀ ਹੋ ਸਕਦੀ ਹੈ ਤੇ ਤੁਹਾਨੂੰ ਇਹ ਡਿਸੇਬਿਲਿਟੀ ਬੈਨੀਫਿਟ 60 ਸਾਲ ਦੀ ਉਮਰ ਤੋਂ ਪਹਿਲਾਂ ਵੀ ਮਿਲ ਸਕਦੇ ਨੇ। ਪਰ ਇਹ ਬੈਨੀਫਿਟਸ ਤੁਹਾਨੂੰ 65 ਸਾਲ ਦੀ ਉਮਰ ਤੱਕ ਹੀ ਮਿਲਣਗੇ ਕਿਉਂਕਿ ਇਸ ਤੋਂ ਬਾਅਦ ਤੁਹਾਡੇ CPP ਡਿਸੇਬਿਲਿਟੀ ਬੈਨੀਫਿਟਸ ਰੈਗੂਲਰ CPP ਬੈਨੀਫਿਟਸ ਦੇ ਵਿੱਚ ਕਨਵਰਟ ਹੋ ਜਾਣਗੇ। ਪਰ ਹੁਣ ਇੱਥੇ ਇਹ ਸ਼ਰਤ ਹੈ ਕਿ ਡਿਸੇਬਿਲਿਟੀ ਬੈਨੀਫਿਟਸ ਤਦ ਹੀ ਮਿਲਣਗੇ ਅਗਰ ਤੁਸੀਂ ਪਿਛਲੇ 6 ਸਾਲਾਂ ਦੇ ਵਿੱਚੋਂ 4 ਸਾਲ CPP ਦੇ ਵਿੱਚ ਕੰਟਰੀਬਿਊਸ਼ਨ ਕੀਤੀ ਹੈ ਜਾਂ ਜੇਕਰ ਤੁਸੀਂ ਪਿਛਲੇ 25 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਹੋ ਤੇ ਕੰਟਰੀਬਿਊਟ ਕਰ ਰਹੇ ਹੋ ਤਾਂ ਪਿਛਲੇ 6 ਸਾਲਾਂ ਦੇ ਵਿੱਚੋਂ ਘੱਟ ਤੋਂ ਘੱਟ ਪਿਛਲੇ 3 ਸਾਲ ਤੁਹਾਡੀ CPP ਦੇ ਵਿੱਚ ਕੰਟਰੀਬਿਊਸ਼ਨ ਹੋਣੀ ਜ਼ਰੂਰੀ ਹੈ ਤਾਂ ਹੀ ਤੁਹਾਨੂੰ ਇਹ CPP ਡਿਸੇਬਿਲਿਟੀ ਬੈਨੀਫਿਟ ਮਿਲ ਸਕਣਗੇ। CPP ਡਿਸੇਬਿਲਿਟੀ ਬੈਨੀਫਿਟ ਨੂੰ ਲੈ ਕੇ ਗੱਲ ਹੋਰ ਜ਼ਿਕਰਯੋਗ ਹੈ ਕਿ ਡਿਸੇਬਲਡ ਵਿਅਕਤੀ ਦੇ ਬੱਚਿਆਂ ਨੂੰ ਵੀ ਚਿਲਡਰਨਸ ਬੈਨੀਫਿਟ ਮਿਲਦਾ ਹੈ ਜੇਕਰ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੈ ਤੇ ਜੇਕਰ ਉਮਰ 18 ਸਾਲ ਤੋਂ 25 ਸਾਲ ਦੇ ਵਿੱਚ ਹੈ ਤੇ ਉਹਨਾਂ ਦਾ ਕਿਸੇ ਰਿਕੋਗਨਾਈਜ਼ਡ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਸਟੱਡੀ ਕਰਦੇ ਹੋਣਾ ਜ਼ਰੂਰੀ ਹੈ ਜਿਨ੍ਹਾਂ ਨੂੰ ਕਿ ਇਹ ਚਿਲਡਰਨਸ ਬੈਨੀਫਿਟ ਮਿਲ ਸਕਦੇ ਨੇ। ਸਾਲ 2021 ਦੇ ਵਿੱਚ ਡਿਸੇਬਿਲਿਟੀ ਬੈਨੀਫਿਟ $510 ਤੇ 85 ਸੈਂਟ ਸੀ ਜਦਕਿ ਚਿਲਡਰਨਸ ਬੈਨੀਫਿਟ $257 ਤੇ 58 ਸੈਂਟਸ ਪਰ ਮੰਥ ਮਿਲਦੇ ਸੀ। CPP ਬਾਰੇ ਪੂਰੀ ਗੱਲਬਾਤ ਕਰਨੀ ਸ਼ਾਇਦ ਇੱਕ ਜਾਂ ਦੋ ਐਪੀਸੋਡ ਦੇ ਵਿੱਚ ਪੋਸੀਬਲ ਨਹੀਂ ਹੈ ਪਰ ਇਸ CPP ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਕੈਨੇਡਾ ਪੈਨਸ਼ਨ ਪਲਾਨ ਸਾਡੇ ਕੈਨੇਡੀਅਨਸ ਦੇ ਬੁਢਾਪੇ ਦਾ ਸਹਾਰਾ ਹੈ। ਬੁਢਾਪੇ ਦੇ ਵਿੱਚ ਅਣਖ ਨਾਲ ਜਿਉਣ ਦਾ ਇੱਕ ਅਹਿਸਾਸ। ਇਸ ਲਈ ਇਸ CPP ਯਾਨੀ ਕਿ ਕੈਨੇਡਾ ਪੈਨਸ਼ਨ ਪਲਾਨ ਦੇ ਬਾਰੇ ਹਰ ਇੱਕ ਨੂੰ ਅੱਛੀ ਤਰ੍ਹਾਂ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਹਾਈ ਫਰੈਂਡਸ, CPP ਨੂੰ ਇੱਕ ਐਪੀਸੋਡ ਦੇ ਵਿੱਚ ਸਮਾ ਪਾਉਣਾ ਬੜਾ ਮੁਸ਼ਕਲ ਹੈ ਨਹੀਂ ਤਾਂ ਐਪੀਸੋਡ ਬਹੁਤ ਲੰਬਾ ਹੋ ਜਾਵੇਗਾ। ਇਸ ਕਰਕੇ ਕੋਸ਼ਿਸ਼ ਕਰਾਂਗਾ ਕਿ ਅਗਲੇ ਐਪੀਸੋਡ ਦੇ ਵਿੱਚ ਡਿਸਕਸ ਕਰਨ ਦੀ ਕਿ CPP ਕਿਸ ਉਮਰ ਦੇ ਵਿੱਚ ਲੈਣੀ ਜ਼ਿਆਦਾ ਬੈਟਰ ਹੈ ਕਿ CPP ਨੂੰ ਜਲਦੀ ਲੈ ਲਿਆ ਜਾਵੇ ਜਾਂ ਫਿਰ CPP ਨੂੰ ਡਿਲੇ ਕਰਨ ਦੇ ਵਿੱਚ ਫਾਇਦਾ ਹੈ। ਇਸ ਕਰਕੇ ਨੈਕਸਟ ਐਪੀਸੋਡ ਨੂੰ ਵੇਖਣਾ ਨਾ ਭੁੱਲਣਾ ਜਿਸ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਕਿਸ ਉਮਰ ਦੇ ਵਿੱਚ CPP ਨੂੰ ਲੈਣਾ ਜ਼ਿਆਦਾ ਢੁਕਵਾਂ ਹੈ। ਪਰ ਇਸ ਐਪੀਸੋਡ ਨੂੰ ਖਤਮ ਕਰਨ ਤੋਂ ਪਹਿਲੇ ਇੱਕ ਫੰਡਾ ਮੈਂ ਤੁਹਾਡੇ ਨਾਲ ਹੋਰ ਡਿਸਕਸ ਕਰਨਾ ਚਾਹਾਂਗਾ ਕਿ CPP ਲੈਣ ਲਈ ਕੈਨੇਡੀਅਨ ਰੈਜ਼ੀਡੈਂਸੀ ਦੀ ਕੋਈ ਸ਼ਰਤ ਨਹੀਂ ਹੈ ਯਾਨੀ ਕਿ ਤੁਸੀਂ ਦੁਨੀਆ ਦੇ ਕਿਸੇ ਦੇ ਹਿੱਸੇ ਵਿੱਚ ਵੀ ਰਹਿ ਸਕਦੇ ਹੋ ਤੇ CPP ਵੀ ਲੈ ਸਕਦੇ ਹੋ। ਹਾਂਜੀ ਫਰੈਂਡਸ, ਤੇ ਹੁਣ CPP ਨੂੰ ਲੈ ਕੇ ਕੁਝ ਫੰਡੇ ਤਾਂ ਜ਼ਰੂਰ ਕਲੀਅਰ ਹੋਏ ਹੋਣਗੇ ਤੇ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਅਗਲੇ ਐਪੀਸੋਡਸ ਦੇ ਵਿੱਚ CPP ਤੇ ਨਾਲ ਜੁੜੀਆਂ ਹੋਰ ਜਿਹੜੀਆਂ 올ਡ ਏਜ ਪੈਨਸ਼ਨਸ ਤੇ ਜਾਂ ਕਰੰਟਡ ਇਨਕਮ ਸਪਲੀਮੈਂਟਸ ਹੈ ਉਹਨਾਂ ਦੇ ਬਾਰੇ ਵੀ ਆਪਾਂ ਜ਼ਰੂਰ ਜ਼ਿਕਰ ਕਰੀਏ। ਤੇ ਫਰੈਂਡਸ, ਜੇਕਰ ਹੁਣ ਤੱਕ ਤੁਸੀਂ ਸਾਡਾ ਇਹ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਲਦੀ ਨਾਲ ਸਾਡਾ ਇਹ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਤੁਹਾਡੀ ਸਪੋਰਟ ਮਿਲਦੀ ਰਹੇਗੀ ਤੇ ਹਰ ਸੋਮਵਾਰ ਅਸੀਂ ਕੋਈ ਨਾ ਕੋਈ ਨਵਾਂ ਫੰਡਾ, ਨਵੀਂ ਜਾਣਕਾਰੀ ਲੈ ਕੇ ਆਉਂਦੇ ਰਵਾਂਗੇ। ਨਹੀਂ ਤਾਂ ਫਿਰ ਐਵਰੀ ਮੰਡੇ ਯੂ ਵਿਲ ਮਿਸ ਸਿੰਘ ਦੇ ਫੰਡੇ।